ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ। ਸਿਮਰੰਗਦ ਦੁਖ ਨਿਕੰਦਨਾ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ਬਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਵਿਸਾਲਾ। ਧਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਧਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਤੁਰਕ ਤੁਰਕ ਸੋ ਰਾਖੇ ਭਾਏ, ਨਿਮਰ ਹੋਏ ਲੀਜੇ ਜਲ ਜਾਏ। ਗੁਰ ਆਇਸ ਤੇ ਪੁਨ ਮਰਦਾਨਾ, ਗਇਓ ਪੀਰ ਢਿਗ ਬਾਕ ਬਖਾਨਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਕ ਤੁਰਕ ਸੋ ਰਾਖੇ ਭਾਏ, ਨਿਮਰ ਹੋਏ ਲੀਜੈ ਜਲ ਜਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਭਾਈ ਮਰਦਾਨਾ ਜੀ ਵਲੇ ਕੰਧਾਰੀ ਦੇ ਕੋਲ ਜਾ ਕੇ ਜਲ ਦੀ ਜਾਚਨਾ ਕਰਦਾ ਹੈ, ਵਲੇ ਕੰਧਾਰੀ ਨੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਸੁਣ ਕੇ, ਵਡਿਆਈ ਸੁਣ ਕੇ ਈਰਖਾ ਵਿੱਚ ਆ ਕੇ ਮਰਦਾਨੇ ਜੀ ਨੂੰ ਵਾਪਸ ਭੇਜ ਦਿੱਤਾ ਕਿ ਭਈ ਤੈਨੂੰ ਜਲ ਨਹੀਂ ਦੇਣਾ। ਹੋਰ ਭਾਵੇਂ ਆ ਕੇ ਕੋਈ ਵੀ ਸ਼ੱਕ ਜੇ ਜਲ ਪਿਉਣਾ ਚੰਗੀ ਗੱਲ ਹੈ, ਪਰ ਤੈਨੂੰ ਜਲ ਇਸ ਕਰਕੇ ਨਹੀਂ ਪਿਉਣਾ ਕਿ ਜੇ ਤੇਰਾ ਗੁਰੂ ਐਡਾ ਕਰਨੀ ਵਾਲਾ ਹੈ, ਐਡਾ ਅਜ਼ਮਤ ਵਾਲਾ ਕਿ ਉਹਨੂੰ ਹਿੰਦੂ ਮੁਸਲਮਾਨ ਸਾਰੇ ਉਹਦੇ ਪੈਰਾਂ 'ਚ ਝੁਕਦੇ ਨੇ, ਉਹਨੂੰ ਜਾ ਕੇ ਕਹੇ ਕਿ ਪਾਣੀ ਉੱਥੇ ਮੰਗਾ ਕੇ ਦੇ। ਔਰ ਐਸੇ ਅਜ਼ਮਤ ਵਾਲੇ ਦੇ ਜਿਹੜੇ ਚੇਲੇ ਨੇ ਉਹ ਕਿਤੇ ਆ ਕੇ ਪਾਣੀ ਮੰਗਦੇ ਚੰਗੇ ਲੱਗਦੇ ਨੇ। ਹੁਣ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਨੇ ਆ ਕੇ ਦੱਸਿਆ, ਸਤਿਗੁਰੂ ਜੀ ਕਹਿੰਦੇ ਨੇ ਮਰਦਾਨੇ ਭਾਈ ਕੋਈ ਗੱਲ ਨਹੀਂ, ਉਹਨੇ ਅੰਦਰ ਮਾਣ ਆ ਗਿਆ ਹੈ, ਇੱਕ ਵਾਰੀ ਫਿਰ ਜਾ, ਕਿਉਂਕਿ ਤੂੰ ਵੀ ਤੁਰਕ ਹੈ, ਉਹ ਵੀ ਤੁਰਕ ਹੈ। ਜਾ ਕੇ ਨਿਮਰਤਾ ਦੇ ਵਿੱਚ ਆ ਕੇ ਕਿ ਆਪਾਂ ਭਰਾ ਭਰਾ ਤੇ ਨਿਮਰਤਾ ਦੇ ਵਿੱਚ ਆ ਕੇ ਜਾਚਨਾ ਕਰੇਗਾ, ਜਲ ਜ਼ਰੂਰ ਪਿਆਏਗਾ। ਗੁਰ ਆਇਸ ਤੇ ਪੁਨ ਮਰਦਾਨਾ, ਗਇਓ ਪੀਰ ਢਿਗ ਬਾਕ ਬਖਾਨਾ। ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਫਿਰ ਪਹਾੜੀ 'ਤੇ ਚੜ੍ਹਿਆ, ਵਲੇ ਕੰਧਾਰੀ ਦੇ ਕੋਲ ਜਾ ਕੇ ਪਹੁੰਚਿਆ, ਹੱਥ ਜੋੜ ਕੇ ਉਸੇ ਤਰ੍ਹਾਂ ਨਿਮਰਤਾ ਦੇ ਵਿੱਚ ਆ ਕੇ ਕਿ ਪੀਰ ਜੀ ਕਿਰਪਾ ਕਰੋ, ਪਾਣ ਦਾਨ ਕੋ ਫਲ ਅਧਿਕਾਈ, ਇਹਾ ਨਾ ਢਿਗ ਹੈ ਪਿਖੀ ਸਥਾਈ। ਭਾਈ ਮਰਦਾਨਾ ਜੀ ਕਹਿੰਦੇ ਨੇ ਪੀਰ ਜੀ ਪਾਣੀ ਦਾ ਤਾਂ ਵੈਸੇ ਵੀ ਬੜਾ ਪੁੰਨ ਹੁੰਦਾ ਕਿਸੇ ਨੂੰ ਪਿਆਏ ਦਾ, ਇਸ ਕਰਕੇ ਕਿਰਪਾ ਕਰੋ, ਬੜੀ ਤਰੇ ਲੱਗੀ, ਪਿਆਸ ਬੜੀ ਲੱਗੀ ਹੈ। ਔਰ ਇੱਥੇ ਨੇੜੇ ਤੇੜੇ ਕਿਤੇ ਵੀ ਜਲ ਨਹੀਂ, ਕਿਤੇ ਵੀ ਪਾਣੀ ਨਹੀਂ, ਮੈਂ ਦੂਜੀ ਵਾਰੀ ਆਇਆ, ਥੋੜ੍ਹਾ ਜਿਹਾ ਜਲ ਛਕਾ ਦਿਓ। ਸੁਣ ਕਰ ਕ੍ਰੋਧ ਹਟਾਏ ਸੋ ਫੇਰ, ਤੋਹੇ ਨਾ ਜਲ ਦੇਵੋ ਕਿਸ ਫੇਰ। ਕਹਿੰਦੇ ਇਹ ਸੁਣ ਕੇ ਜਿਹੜਾ ਪੀਰ ਵਲੀ ਕੰਧਾਰੀ ਪਹਿਲਾਂ ਈਰਖਾ ਦੀ ਅੱਗ ਵਿੱਚ ਸੜਦਾ ਪਿਆ ਸੀ, ਗੁੱਸਾ ਜਿਹੜਾ ਹੋਰ ਦੁਗਣਾ ਚੁਗਣਾ ਹੋ ਗਿਆ
कि मर्दानिया तेनों एक बारी गया है, तू एक बारी दो बारी नहीं जिन्नी बारी मर्जी आ, तोहे ना जल देवूं किस बेर, किसे वार भी तेनों पानी नहीं पियाउणा। अजमत को कह बाक जनावत, पिखण हेतकार नेर न पावत। हुण वली गंधारी कहंदा कि देख अपने गुरु दियां अजमत दियां गल्लां ते बड़ियां सुना गया, बड़ियां गल्लां सुनाइयां, पर पानी पीण वास्ते कोई घुट पानी नहीं तेनों मिलिया कि तेरे गुरु ने पानी नहीं पियाया। रिस को हेर हट्यो मरदाना, नह दे जल गुर निकट बखाना। हुण जदों वली गंधारी ने गुरु नूं भी माड़ा चंगा बोलिया कि जे इन्ना करने वाला तो पानी दे घुट नहीं पिया सकता। भाई मर्दाने ने इस वली गंधारी के गुस्से को वेख के फिर कोई बचन नहीं किया, फिर वापस आ गया कि पानी तो नहीं दिंदा पर मेरे गुरु को भी माड़ा बोलता है। सिर नानक सब अंतर जामी, सब विद जान पेर के खामी। सतगुरु धन गुरु नानक साहिब जी अंतरजामी ने, इस पीर की जिहड़ी खामी है वो कमी नूं चंगी तरह जानते हैं। भाई मरदाना जी आके फिर भी दसते हैं कि सतगुरु जी ने बड़ा माड़ा बोलिया है, तुहाडे बारे भी माड़ा बोलिया है, और मैनू एक मंगता ते भिखारी गया है कि जिदा गुरु एडा समर्थ हो गए तो उनके चेले फिर घर घर जाके भीख थोड़ी मंगते हैं, पानी की भी भीख मंगते हैं। और सतगुरु जी जानते हैं कि वली गंधारी बंदा माड़ा नहीं है, परमेश्वर का भगत, खुदा का भगत है, पर अंदर एक जिहड़ी ईरखा वाली बीमारी है ना वो बहुती भैड़ी लगी है। अंदर की हुम्म जिहड़ी है वो नहीं टिकण दिंदी। होते लष्ट का हाथ मझारे, तिस गिर के जार मह तब मारे। और सतगुरु धन गुरु नानक साहिब जी एक डंडा अपने नाल रखते होंदे सी, एक पोथी ते एक डंडा हर वेले उन्हां दे कोल हुंदा सी। सतगुरु जी ने वली गंधारी दे सारे इस गुणां नूं वेखदे होए उहदे ते किरपा करनी है। वो ही सोटी जिहड़ी पत्थर दी पहाड़ की जड़ के थल्ले मारी, जिहड़ी सोटी है पूरी पहाड़ दे विच थल्ले वग गई। शीतल जल निर्मल तिस काला, निकसत बह्यो प्रवाह विसाला। तो गुरु साहिब जी ने जिवें वो सोटी डंडा पत्थर उस पहाड़ की जड़ विच मारिया तो पानी का तो जिवें झरना वगदा है, ठंडी निर्मल जल की धारा बह तुरी कि जिवें किसी ने समरसीबल बोर लाया हो, ऐन पानी जिहड़ा खुला प्रवाह तुर गया। वले कंधारे को जल जेतो, गिर मह प्रवेश सुसक गाते तो। वले कंधारी ने जिन्ना भी अपने तलाब दे विच उस सरोवर विच पानी इकट्ठा करके रोक के रखे सी, बस वेखदे वेखदे पानी घटदा गया। थोड़ी देर विच सारे दा सारे पानी खुश्क हो गया। इधर भाई मरदाना जी जल छक रहे हैं और जल की धारा जिहड़ी पूरी वग रही है। पिख अचरज को ठानो ध्याना, तप बल ते सो बृतांत पिछाना। जदों वली गंधारी ने देखा कि इस सरोवर का सारा पानी सुक गया, ये पानी गया कित्थे, कि जिहड़ा पानी किसी भी पासों टुट नहीं सकता, लीक नहीं हो सकता, पानी गया कित्थे। वली गंधारी ने अपनी अजमत के नाल अपने ध्यान को जदों टिका के देखा तो सारी गल समझ गया। पता लग गया कि जिहड़ा भाई मरदाना जी आया सी उसे उनके गुरु ने ये पानी तो सारा खिंच लिया है। तित शैन भारे सिला विसाला, अजमत ते प्रहार तिस काला। वले गंधारी इन्ना हंकार ते इन्ना गुस्से दे विच आया कि अपनी रिद्धियां सिद्धियां नाल ताकतां दे नाल
पहाड़ के उत्ते कोई वड्डा सारा पत्थर, ये कह दे कि पहाड़ ही है पूरा वड्डा पत्थर, उनके नाल पूरे जोर के उत्तों वार किया, पत्थर उत्तों सुटिया कि ये जड़ा आया सी, जेड़े इनके साथी ने इस पत्थर के थले आके यही खत्म हो जाए, जिन्होंने मेरा पानी सुखा दिता है। चले बेगते तर को तोरत, मग मह अपर सिरण को फूरत। और बड़े गंधारे ने अपनी शक्तियां ला के जिन्ने जोर से जिड्डा वड्डा पत्थर सुटिया, ये चाहता से कि पत्थर पहाड़ के थले मुੱਢ ते जाके जितों पानी निकल रहा उत्थे टिके, ये पानी रुक जाए, जेड़ा बचा पानी बाकी थोड़ा बहुता पानी बचा रह जाए। और पत्थर इन्नी जोर दी आया, शोकदा होया आ रहा है कि राह दे विच होर वड्डे छोटे पत्थरां नूं तोड़दा होया, रुखां नूं तोड़दा होया भज्जे आउंदा। और एडा वड्डा पत्थर पहाड़ तो आवे, वड्डे वड्डे रुख टुटदे होण, आवाज़ किन्नी कुछ करदा होएगा कि जिवें बदल गजदे होण। चल रोकण को आपत ताई, ब्रज समान सो नाद उठाई। कहते ये पत्थर अपने वालों के पानी रोकण वास्ते दौड़े आ रहे हैं, भज्जे आ रहे हैं, तो जिन्नी तेजी नाल पत्थर आ रहे उन्नी तेजी नाल आवाज़ जिवें गरजदी है कि जिवें बदल गरजदे होण, बदल तो बिजली डिगदी होवे। और जो बिजली डिगेगी कि उत्ते चढ़ती है, कल्ली आवाज़ ही नहीं आती, बड़ी तबाही लैके जाती है अपने नाल, बड़ी तबाही मचा के जाती है। अजमत निज अजमत जुत देखी, जले अछातण आए वसिखी। कहते बस पत्थर इवें सी जिवें अजमत दे नाल अजमत जिहड़ी टक्कर लै रही है, करामात दे नाल करामात टक्कर लै रही है, वड्डा पत्थर हुण जिहड़ा पानी रोकण वास्ते थल्ले आ रहा है। श्री गुर ने तब हाथ पसारा, तिस आवत के कीन अगारा। भाई मरदाना जी जिथे बुक्का भर भर के पानी पी रहा सी, तो जदों आवाज़ सुनी थोड़ा जिहा उत्ते देखा कि एडा वड्डा पत्थर, हुण भज्जण दा भी मौका कोई नहीं। भाई मरदाना जी डर के एक पासे नूं हुंदे ने, पर धन गुरु नानक साहिब जी ने कृपा की, पत्थर दे अगे अपना कर अपना हथ ला दिता। सहज सुपायक बैठे रहे, सो रोके जल ऊपर अहे। धन गुरु नानक साहिब जी सहज सुभाव उस तरह बैठे रहे। और भाई मरदाने नूं भी बचन कहते, मरदाने डरना करतार रखा है। वो पानी जिहड़ा है उस तरह पानी के उत्ते पत्थर रुक गया, पानी उस तरह चलता रहा। महाप्रवाह नेर को चाले, ठहरे ऊपर सिरा विसाले। वो पानी का प्रवाह पहलों नाल भी होर ज़्यादा तेज हो गया, तो जिहड़ा वड्डा सारा पत्थर सी ना, पानी के नेड़े आके सतगुरु जी उतले पासे बिल्कुल उस तरह ठहर गया। और पत्थर पंजा साहिब अज भी उस तरह देखा जा सकता है कि जिहड़ा पहाड़ तो उत्ते आके डिग्या, पत्थर बिल्कुल उत्ते टिक गया है, जिवें थले किसी ने थंबी ला दी होवे। रुक्यो न नीर पीर न जानी, निज अजमत पुन लाए महानी। पर जदों कल वली गंधारी ने देखा है कि पानी फिर भी नहीं रुकिया, उन्हें अपनी अजमत नाल फिर देखा कि पानी फिर नहीं रुकिया, अपनी होर करामातां होर शक्तियों का इस्तेमाल किया, होर ताकतां लाइयां। करे तकावण सिला अगारे, सगरो ओज लाए निज भारे। अपने करामातां दे नाल उस पत्थर नूं सिल होर थले तकदा है कि थले जितों पानी निकलदा सिल उत्ते अगे जाके टिक जाए। सारा जोर लाया, जिन्नियां ताकतां अजमतां रिधियां सिद्धियां सारियां ला दित्तियां। हाथ ब्रज सन तस्यो मझारे,
रही अटक लख वले कंधारे। जिवें वले कंधारे उत्तों जोर लाउंदा है, उवें सतगुरु धन गुरु नानक साहिब जी का हथ पंजा पत्थर दे विच थोड़ा थोड़ा धस गया, पर पत्थर जिहड़ा उत्ते हिलिया नहीं, पत्थर उत्ते खलोता रहा। हुण वड़े कंधारी ने अपनी ताकतां भी लाइयां, चंगी तरह वेख भी लिया। अपनी शक्त अल्प विचारे, रोक न सकियो चले बहु पारी। इस वले कंधारी ने समझा कि मेरिया ताकत धन गुरु नानक साहिब के सामने कुछ भी नहीं, तुछ जियां ने। सारिया ताकतां दे मालक तो ये आप ने कि मेरा इन्नियां ताकतां लाउण तो बाद भी जिहड़ा पानी नहीं रुक सकिया, ये तो ताकतां दे मालक शक्तियां दे मालक आप ही आ गए ने। अब लग थान बिदत जग माही, गुर कर चिन्ह लख्यो सिल माही। ते कवि संतोख सिंह जी लिखते थे, और ये स्थान भावें पाकिस्तान दे विच रह गया, पर अज तक वो थान जिहड़ा है पंजा साहिब सिख जगत दे विच इतिहास दे विच बड़ा मशहूर है। और वो पंजा सतगुरु धन गुरु नानक साहिब जी का बिल्कुल उस तरह उभरिया होया, पत्थर दे विच दसिया होया अज भी दिसदा है। और वड्डे भाग ने जिहड़े सतगुरु धन गुरु नानक साहिब जी उस पंजे दे जाके दर्शन करते होणगे। रहे मिटाए जतन ते कई, रहे सोचन हार गए ते कवि संतोख सिंह जी कहते हैं, इस पत्थर के उत्ते सतगुरु धन गुरु नानक साहिब के जोड़े पंजे के निशान बने, बड़िया बड़िया ताकतों ने जोर लाया, बड़िया ताकत लाइया कि इन्हूं किसी तरह मिटा दिए, खत्म कर दिए। पर उन्होंने मिटाउण वाले जिहड़े वो तो हार गए, उस पंजे नूं मिटाउण वाले आप तो मिट गए, पर वो पंजा को मिटा नहीं सकिया। जल प्रवाह तैसे विद्या है, निर्मल चलत बहुत नितर है। तो कवि संतोख सिंह जी कहते हैं केवल पंजा ही नहीं, सतगुरु धन गुरु नानक साहिब जी ने ऐसी कृपा की, जल का वो प्रवाह अज भी उस तरह चल रहा है, बड़ा निर्मल बड़ा ठंडा है, साफ पानी है। और ये जड़ा जल है पानी केवल उस वले कंधारे का रुकिया होया नहीं, वो तो उदों खत्म हो गया, पर जल की धारा ऐसे चली कि अज तक चलती आ रही है। अल्प आपको पीर पछाना, शिगर आए गुरपग लपटाना। और ये सारे गुरु साहब की अजमत वेख के वले कंधारी ने अपने आप को छोटा समझा, जाने कि मेरिया ताकतां अगे कुछ भी नहीं। एडा वड्डा पत्थर पूरा पहाड़ ही थले सुटिया, सारिया ताकतां लाइया, और जे कोई छोटे मोटे ताकत का मालक होंदा तो इस पत्थर के थल्लों निकले ही नहीं सी जाना, कला पानी नहीं से रुकना, इन्हां दा भी खत्म हो जाना सी। हुण वले कंधारी ये समझ गया कि ये आप एक खुदा का रूप ने, ये जिहड़ियां रिद्धियां सिद्धियां ने ये असल में इन्हां दे मालक ही ने। ये जान के वले कंधारी जिहड़ा थल्ले आया, आके सतगुरु के चरणों के विच नमस्कार ही नहीं की, गुरु साहब के चरण फड़ के चरणों के विच लिपट गया, अपना सिर गुरु साहब के चरणों के विच ही रख दिता। हे प्रभु खता बख्शिए मोही, नहीं महात्म जान्यो तो ही। वले कंधारी ने जो कुछ भाई मरदाना जी ने जाके दसिया से गुरु साहब जी बारे, वो सुन के अनसुनी की सी, तो हुण आके खिमा मंगता है कि हे प्रभु जी हे खुदा, कि जो भाई मरदाना जी ने दसिया सी बिल्कुल तुसीं उस तो भी किते वध के, पर मैं तुहाडे महात्म नूं जान ही नहीं सकिया। मैं तो समझा कि भाई मरदाना जिहड़ा बिल्कुल बस आप जी की वडियाई तारीफ केवल एवं झूठी कर रहे हैं, तो मेरे तो बड़ा वड्डा अवगुण होया, कृपा करो पहलों तो मेरा गुनाह बख्शो। होए परलोक सहाय विशेषा, अस मोको कीजे उपदेशा।
ਤੇ ਫਿਰ हे ਸਤਿਗੁਰੂ ਜੀ, हे ਪੀਰ ਜੀ, ਕਿਰਪਾ ਕਰੋ ਕੇਵਲ ਇਸ ਮਾਤ ਲੋਕ ਦੇ ਵਿੱਚ ਵੀ ਨਹੀਂ, ਵਿਸ਼ੇਸ਼ ਤੌਰ 'ਤੇ ਪਰਲੋਕ ਦੇ ਵਿੱਚ ਵੀ ਮੇਰੇ ਸਹਾਇਕ ਆਪ ਹੀ ਹੋ। ਇਸ ਤਰ੍ਹਾਂ ਦਾ ਮੈਨੂੰ ਉਪਦੇਸ਼ ਬਖਸ਼ੋ। ਹੁਣ ਉਪਦੇਸ਼ ਬਖਸ਼ੋ ਤੋਂ ਭਾਵ ਕੀ ਹੈ ਜੀ? ਕਿ ਆਪਣੀ ਸਿੱਖੀ ਦੀ ਦਾਤ ਦਿਓ, ਆਪਣਾ ਸਿੱਖ ਬਣਾਓ। ਇਤਿਆਦਿਕ ਬਿਨਤੀ ਬਹੁ ਕਰੇ, ਸ਼ਰਧਾ ਕੋ ਔਰ ਨਿਸ਼ਚਾ ਧਰੇ। ਇਤਿਆਦਿਕ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਇਸ ਪੀਰ ਨੇ ਕੀਤੀਆਂ, ਅਤੇ ਜਿਹੜੀ ਸ਼ਰਧਾ ਅਤੇ ਨਿਸ਼ਚਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੱਕਾ ਕਰ ਲਿਆ ਕਿ ਤੁਸੀਂ ਹੀ ਮੇਰੇ ਪੀਰ ਹੋ, ਤੁਸੀਂ ਹੀ ਮੇਰੇ ਖੁਦਾ ਹੋ। ਤਬ ਸ਼੍ਰੀ ਗੁਰ ਉਪਦੇਸ਼ ਬਖਾਨਾ, ਤੈ ਮਤਸਰ ਦੁਖ ਨਾਹਕ ਮਾਨਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮੁਸਕਰਾਏ, ਵਲੀ ਗੰਧਾਰੀ ਦੇ ਮੋਢਿਆਂ ਤੋਂ ਦੋਵਾਂ ਹੱਥਾਂ ਦੇ ਨਾਲ ਮੋਢਿਆਂ ਤੋਂ ਫੜੇ ਉੱਤੇ ਚੁੱਕਿਆ ਕਿ ਵਲੀ ਗੰਧਾਰੀ ਸਿੱਧਾ ਹੋ ਕੇ ਬੈਠ। ਸੁਣ ਕਿ ਪੀਰ ਜੀ, ਤੁਸੀਂ ਐਵੇਂ ਖਾਮ ਖਾਈ ਈਰਖਾ ਦੇ ਵਿੱਚ ਆ ਕੇ ਇੰਨਾ ਦੁੱਖ ਭੋਗਿਆ, ਈਰਖਾ ਦੀ ਅੱਗ ਵਿੱਚ ਸੜਦੇ ਰਹਿ ਗਏ ਕਿ ਖੁਦਾ ਦਾ ਹੋਵੇ ਭਗਤ ਕਰੇ ਫਿਰ ਵੀ ਈਰਖਾ। ਸਤਿਗੁਰੂ ਜੀ ਕਹਿੰਦੇ ਨੇ, ਤੈ ਮਤਸਰ ਦੁੱਖ ਨਾਹਕ ਮਾਨਾ। ਮਤਸਰ ਦਾ ਅਰਥ ਹੈ ਈਰਖਾ, ਅਤੇ ਨਾਹਕ ਦਾ ਅਰਥ ਹੁੰਦਾ ਖਾਮ ਖਾਈ। ਇਸ ਈਰਖਾ ਦਾ ਕੋਈ ਮਤਲਬ ਥੋੜ੍ਹੀ ਸੀ, ਬਸ ਖਾਮ ਖਾਈ ਆਪਣੇ ਆਪ ਨੂੰ ਈਰਖਾ ਦੀ ਅੱਗ ਵਿੱਚ ਸੜਦਾ ਰਿਹਾ। ਜਿਸ ਮੈਂ ਪ੍ਰਾਪਤ ਕਿਛੂ ਨਾ ਹੋਏ, ਹਰਖ ਹਿਰਦੈ ਕਰ ਤਿਆਗੋ ਸੋਏ। ਸਤਿਗੁਰੂ ਜੀ ਕਹਿੰਦੇ ਨੇ, ਇਸ ਈਰਖਾ ਦੀ ਅੱਗ ਵਿੱਚੋਂ ਅੱਜ ਤੱਕ ਕਦੇ ਕਿਸੇ ਨੂੰ ਕੁਝ ਨਹੀਂ ਪ੍ਰਾਪਤ ਹੋਇਆ। ਈਰਖਾ ਦੀ ਅੱਗ ਵਿੱਚ ਤਾਂ ਬੰਦਾ ਸੜੇ ਸੜਿਆ ਹੈ। ਦੇਖੋ, ਈਰਖਾ ਦੇ ਵਸ ਵਿੱਚ ਹੋ ਕੇ ਬੰਦਾ ਫਿਰ ਕਿਸੇ ਦੀ ਚੁਗਲੀ ਕਰਦਾ ਹੈ, ਨਿੰਦਿਆ ਕਰਦਾ ਹੈ। ਔਰ ਇਵੇਂ ਦਾ ਮਨੁੱਖ ਜਿਹੜਾ ਮਾੜਾ ਬੋਲਦਾ ਹੋਵੇ, ਕਿਸੇ ਦੀ ਨਿੰਦਿਆ ਕਰਦਾ ਹੋਵੇ, ਅਸਲ ਵਿੱਚ ਉਹਨੂੰ ਮਾੜਾ ਬੁਰਾ, ਮਾੜਾ ਭਲਾ ਕਹਿਣ ਦੀ ਬਜਾਏ ਜਾਂ ਤਾਂ ਕੰਨ ਲਪੇਟ ਕੇ ਉੱਥੋਂ ਨਿਕਲ ਜਾਏ ਅਤੇ ਗੁਰੂ ਦੇ ਅੱਗੇ ਅਰਦਾਸ ਹੀ ਕਰੇ ਕਿ ਸਤਿਗੁਰੂ ਜੀ ਦਾ ਭਲਾ ਹੀ ਕਰਦੇ। ਕਿਉਂਕਿ ਜਿਹੜਾ ਬੰਦਾ ਆਪ ਹੀ ਸੜਿਆ ਪਿਆ ਹੈ, ਉਹਨੂੰ ਹੋਰ ਬੁਰਾ ਕੀ ਕਹਿਣਾ ਹੈ। ਇਵੇਂ ਦੀ ਈਰਖਾ ਵਸ ਹੋਇਆ ਬੰਦਾ ਬਿਲਕੁਲ ਇੱਕ ਡੱਬੇ ਦੇ ਤੇਲ ਦੀ ਤਰ੍ਹਾਂ ਹੈ। ਹੁਣ ਤੇਲ ਅੱਗ ਲਾਉਂਦੀ ਹੈ ਨਾ, ਪਰ ਅੱਗ ਐਵੇਂ ਥੋੜ੍ਹੀ ਲਾ ਦਿੰਦੀ, ਪਹਿਲੋਂ ਆਪਣਾ ਮੂੰਹ ਸਾੜਦੀ ਫਿਰ ਅੱਗ ਲਾਉਂਦੀ ਹੈ। ਈਰਖਾਲੂ ਬੰਦਾ ਬਿਲਕੁਲ ਇਸੇ ਤਰ੍ਹਾਂ ਦਾ, ਉਹ ਪਹਿਲੋਂ ਆਪਣਾ ਅੰਦਰ ਸਾੜਦਾ, ਫਿਰ ਅੱਗ ਲਾਉਂਦਾ, ਅਤੇ ਫਿਰ ਦੂਜੇ ਵਿੱਚ ਲੜਾਈ ਪੂਰਦਾ ਹੈ। ਈਰਖਾਲੂ ਬੰਦਾ ਚੁਗਲੀ ਕਹਿੰਦੇ ਇਸੇ ਨੂੰ ਕਿ ਸੁਣਿਆ ਕੁਝ ਹੋਰ, ਚਾਰ ਆਪਣੇ ਕੋਲੋਂ ਲਾ ਕੇ ਦੂਜੇ ਨੂੰ ਸੁਣਾਈਆਂ, ਉਹਦੇ ਕੋਲੋਂ ਸੁਣਾ ਕੇ ਵਿੱਚੋਂ 5-7 ਘਟਾ ਕੇ 5-7 ਕੋਲੋਂ ਹੋਰ ਲਾ ਕੇ ਦੂਜੇ ਨੂੰ ਸੁਣਾਈਆਂ। ਹੁਣ ਉਹ ਤਾਂ ਤੇਲ ਦੀ ਤਰ੍ਹਾਂ ਉਹਦੇ 'ਤੇ ਤਰਸ ਕਰਨਾ ਬਣਦਾ, ਅਰਦਾਸ ਹੀ ਕਰੀਏ ਕਿ ਸਤਿਗੁਰੂ ਜੀ ਇਵੇਂ ਦਾ ਵੀ ਕਿਤੇ ਭਲਾ ਕਰੀ, ਉਹਨਾਂ ਦੇ ਅੰਦਰ ਵੀ ਠੰਡ ਵਰਤੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਖਾਮ ਖਾਈ ਪੀਰ ਜੀ, ਈਰਖਾ ਦੇ ਵਿੱਚ ਆਪਣੇ ਆਪ ਨੂੰ ਸਾੜਿਆ, ਆਪਣੇ ਆਪ ਨੂੰ ਬੰਨ੍ਹ ਕੇ ਰੱਖਿਆ। ਜਿਸ ਮੈਂ ਪ੍ਰਾਪਤ ਕਿਛੂ ਨਾ ਹੋਏ, ਹਰਖ ਹਿਰਦੈ ਕਰ ਤਿਆਗੋ ਸੋਏ। ਕਿ ਪੀਰ ਜੀ, ਵਲੀ ਗੰਧਾਰੀ ਜੀ, ਇਸ ਈਰਖਾ ਦੀ ਅੱਗ ਵਿੱਚੋਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਇਸ ਕਰਕੇ ਹੁਣ ਖੁਸ਼ੀ ਖੁਸ਼ੀ ਅਤੇ ਹਮੇਸ਼ਾ ਲਈ ਇਸ ਈਰਖਾ ਨੂੰ ਆਪਣੇ ਅੰਦਰੋਂ ਸਦਾ ਲਈ ਕੱਢੋ। ਈਰਖਾ ਕਦੇ ਕਿਸੇ ਤੋਂ ਨਾ ਕਰੋ। ਹਾਂ, ਜੇ ਕੋਈ ਚੰਗਾ ਕੰਮ ਕਰਦਾ ਹੋਵੇ ਰੀਸ ਕਰ ਲਓ ਕਿ ਇਹ ਕਰਦਾ ਮੈਂ ਵੀ ਕਰਾਂ, ਪਰ ਈਰਖਾ ਨਾ ਕਰੋ। ਹਰਦਮ ਯਾਦ ਖੁਦਾਏ ਕਰੀਜੈ, ਮਨੁੱਖ ਤਨ ਸਫਲੋ ਕਰ ਲੀਜੈ। ਈਰਖਾ ਦੀ ਅੱਗ ਅੰਦਰੋਂ ਮਿਟੇਗੀ, ਨਿਕਲੇਗੀ। ਅੰਦਰ ਦੇ ਹਉਮੈ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਨੇ, ਹਰ ਦਮ ਯਾਦ ਕਰਿਆ ਕਰੋ ਖੁਦਾ ਨੂੰ। ਹਰ ਦਮ ਯਾਦ ਖੁਦਾਏ ਕਰੀਜੈ, ਹਰ ਦਮ, ਹਰ ਇੱਕ ਦਮ ਦੇ ਨਾਲ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਸ ਗਰਾਸ, ਹਰ ਇੱਕ ਸਵਾਸ ਦੇ ਨਾਲ। ਔਰ ਜਿਹਨੂੰ ਕਈ ਵਾਰੀ ਬੇਨਤੀ ਵੀ ਕੀਤੀ ਕਿ ਕਿੰਨਾ ਕੁ ਸਮਾਂ ਜਪਣਾ ਚਾਹੀਦਾ ਹੈ, ਘੰਟਾ, ਸਵਾ ਘੰਟਾ, ਕਿਸੇ ਨੇ ਕਿਹਾ 2.5 ਘੰਟੇ, ਦਸਵੰਧ। ਪਰ ਕਿਉਂਕਿ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੇ ਨਹੀਂ, ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਪੁੱਛੇ ਹੀ ਨਹੀਂ ਕਿ ਜੇ ਜਪਣਾ ਹੈ ਤਾਂ ਕਿੰਨਾ ਕੁ ਸਮਾਂ ਜਪਣਾ ਹੈ।
ਵੀ 2.5 ਘੰਟੇ ਜਪ ਕੇ ਬਾਕੀ ਸਾਨੂੰ 22.5 ਘੰਟੇ ਮਾਫ ਨੇ। ਉਹ 22.5 ਘੰਟੇ ਨਿੰਦਿਆ ਕਰ ਲਈਏ, ਝੂਠ ਬੋਲ ਲਈਏ। ਨਹੀਂ, ਸਤਿਗੁਰੂ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਕਈ ਵਾਰੀ ਸੁਣ ਲਿਆ, ਜਪ ਮਨ ਸਤਨਾਮ ਸਦਾ ਸਤਨਾਮ। ਉੱਥੇ ਨਹੀਂ ਲਿਖਿਆ 2.5 ਘੰਟੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਕਰ ਬੰਦੇ ਤੂੰ ਬੰਦਗੀ, ਤੇ ਕਿੰਨਾ ਸਮਾਂ ਜੀ, ਉੱਥੇ 1.25 ਘੰਟਾ ਤਾਂ ਨਹੀਂ ਲਿਖਿਆ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਸਾ, ਜਦੋਂ ਤੱਕ ਆਖਰੀ ਸਵਾਸ ਹੈ ਉਦੋਂ ਤੱਕ ਜਪ, ਹਰ ਵੇਲੇ ਜਪ। ਔਰ ਗੁਰੂ ਸਾਹਿਬ ਨੇ ਬੜੇ ਬਚਨ ਕਹੇ ਨੇ, ਕਿੰਨਾ ਕੁ ਸਮਾਂ ਜਪਣਾ ਹੈ ਜੀ। ਕਹਿੰਦੇ ਊਠਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰ ਧਿਆਈਐ। ਜਿਹਨੂੰ ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ ਮਾਰਗ ਚਲਤ ਹਰੇ ਹਰ ਗਾਈਐ। ਵੀ ਸਿਮਰਨ ਹੀ ਕਰਨਾ, ਯਾਦ ਰੱਖਣਾ, ਉਹਨੂੰ ਹਰ ਵੇਲੇ ਰੱਖ। ਔਰ ਫਿਰ ਕਈ ਵਾਰੀ ਸਵਾਲ ਪੈਦਾ ਹੁੰਦਾ ਹੈ ਕਿ ਸੁੱਤਿਆ ਪਿਆ ਕੋਈ ਸਿਮਰਨ ਕਿਵੇਂ ਕਰ ਸਕਦਾ ਹੈ? ਕਿਉਂ ਨਹੀਂ ਕਰ ਸਕਦਾ? ਕਿਉਂਕਿ ਸੁੱਤਿਆ ਪਿਆ ਜੇ ਉਵੇਂ ਦੇ ਸੁਪਨੇ ਆ ਸਕਦੇ ਨੇ ਜੋ ਕੁਝ ਸਾਰਾ ਦਿਨ ਕੀਤਾ। ਇੱਕ ਛੋਟੀ ਜਿਹੀ ਗਾਥਾ, ਕਹਿੰਦੇ ਕਿ ਜ਼ਿਮੀਂਦਾਰ ਕਰਿਆਨੇ ਦੀ ਦੁਕਾਨ 'ਤੇ ਗਿਆ ਅਤੇ ਜਾ ਕੇ ਜਦੋਂ ਦੇਖਿਆ, ਕਹਿੰਦੇ ਲਾਲਾ ਜੀ ਅੱਜ ਨਹੀਂ ਆਏ। ਉਹਦਾ ਪੁੱਤਰ ਬੈਠਾ ਸੀ ਕਿ ਬੇਟਾ ਅੱਜ ਤੇਰਾ ਬਾਪੂ ਨਹੀਂ ਆਇਆ। ਹੁਣ ਲਾਲਾ ਜੀ ਨੇ ਜਿਹੜੇ ਫਿਰ ਉਹਨਾਂ ਚਾਚੇ ਤਾਏ ਤਾਂ ਸਾਰੇ ਬਣਾਈ ਹੁੰਦੇ ਨੇ ਕਿ ਤਾਊ ਦੱਸੀਏ ਕੀ। ਉਹ ਠੀਕ ਨਹੀਂ ਰਹਿੰਦਾ, ਪੁੱਛਿਆ ਹੋਇਆ ਕੀ। ਹੁਣ ਹੋਇਆ ਕਿ ਇਹ ਵੀ ਕੀ ਦੱਸੀ ਕਿ ਉਹਨੂੰ ਰਾਤ ਭਰ ਨੀਂਦ ਕੋਈ ਨਹੀਂ ਹੁੰਦੀ। ਦਵਾਈ ਦਈ ਸੀ, ਦਵਾਈ ਨਾਲ ਵੀ ਕੰਮ ਨਹੀਂ ਬਣਦਾ। ਅਤੇ ਜਦੋਂ ਸੌਂਦਾ ਉਦੋਂ ਕੁਝ ਨਾ ਕੁਝ ਬੋਲਦਾ ਹੈ। ਟੀਕਾ ਲਾਉਣਾ ਪੈਂਦਾ ਤਾਂ ਬੋਲਦਾ ਕੀ ਹੈ ਜੀ? ਕਹਿੰਦੇ ਬਸ ਬੋਲਦਾ ਇਹੀ ਹੈ ਕਿ ਰਾਮੂ ਆ ਪਿਆਜ਼ਾਂ ਦਾ ਤੋੜਾ ਇੱਕ ਰੱਖ ਦੇ, ਆ ਸਰਦਾਰ ਜੀ ਆਏ 250 ਰੁਪਏ ਫੜਦੇ। ਕਿਉਂਕਿ ਸਾਰਾ ਦਿਨ ਕੀਤਾ ਹੀ ਕੁਝ ਧਿਆਨ ਹੀ ਇੱਥੇ ਲੱਗ ਗਿਆ। ਅਤੇ ਜਿਹਨੇ ਸਾਰਾ ਦਿਨ ਸਿਮਰਨ ਦੇ ਵਿੱਚ ਧਿਆਨ ਲਾਇਆ ਹੋਵੇ ਅਤੇ ਸੁੱਤਿਆ ਪਿਆ ਕਿਉਂ ਨਹੀਂ ਚੇਤੇ ਆਉਂਦਾ? ਬਾਬਾ ਕਬੀਰ ਜੀ ਕਹਿੰਦੇ ਨੇ ਆਉਂਦਾ ਹੈ, ਪਰ ਆਉਂਦਾ ਵਿਰਲਿਆਂ ਥੋੜ੍ਹਿਆਂ ਨੂੰ ਹੈ। ਅਤੇ ਜਿਨ੍ਹਾਂ ਨੂੰ ਆ ਜੇ, ਬਾਬਾ ਕਬੀਰ ਜੀ ਕਹਿੰਦੇ ਨੇ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਤਨ ਕੇ ਪਗ ਕੇ ਪਾ ਨਹੀਂ, ਆਪਣੇ ਤਨ ਕੋ ਚਾਮ। ਉਹਨਾਂ ਦੇ ਪੈਰਾਂ ਦੇ ਵਿੱਚ ਆਪਣੇ ਤਨ ਦੀ ਜੁੱਤੀ ਬਣਾ ਕੇ ਪਾ ਦੇ, ਜੋੜੇ ਬਣਾ ਕੇ ਪਾ ਦੇ, ਭਾਵਨਾ ਤੋਂ ਕੁਰਬਾਨ ਜਾਈਏ। ਸਤਿਗੁਰੂ ਜੀ ਕਹਿੰਦੇ ਨੇ ਵੀ ਹਰ ਦਮ ਹਰ ਸਵਾਸ ਦੇ ਨਾਲ ਉਸ ਖੁਦਾ ਨੂੰ ਯਾਦ ਕਰ, ਕਿਉਂਕਿ ਤੇਰਾ ਤਾਂ ਅਭਿਆਸ ਵੀ ਹੈ, ਬੰਦਗੀ ਵੀ ਹੈ। ਅਤੇ ਹਰ ਸਵਾਸ ਦੇ ਨਾਲ ਯਾਦ ਰੱਖ, ਅੰਦਰੋਂ ਹੋਮੇ ਨਿਕਲੇਗੀ। ਕਿਉਂਕਿ ਹੋਮੇ ਨਿਕਲੇਗੀ ਅਤੇ ਇਸ ਨਾਮ ਨੇ ਹਮੇਸ਼ਾ ਹਰ ਦਮ ਅੰਦਰ ਟਿਕਣਾ ਹੈ। ਨਹੀਂ ਤਾਂ ਫਿਰ ਧੱਕਾ ਹੀ ਹੈ ਕਿ 2.5 ਘੰਟੇ ਜਪ ਲਓ ਅਤੇ ਫਿਰ ਅੰਦਰ ਹੋਮੇ। ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਬਾਣੀ ਵਿੱਚ, ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਹੋਮੇ ਨੂੰ ਕੱਢ। ਅਤੇ ਸਤਿਗੁਰੂ ਜੀ ਕਹਿੰਦੇ ਨੇ ਹਰ ਦਮ ਯਾਦ ਰੱਖ, ਹਰ ਦਮ ਯਾਦ ਖੁਦਾਏ ਕਰੀਜੈ, ਮਨੁੱਖ ਤਨ ਸਫਲਿਉ ਕਰ ਲੀਜੈ। ਇਹ ਜਿਹੜੀ ਮਨੁੱਖਾਂ ਦੇਹ ਮਿਲੀ ਹੈ ਨਾ, ਰੱਬ ਨੇ ਪਰਮੇਸ਼ਰ ਨੇ ਦਿੱਤੀ ਹੈ, ਬੜੀ ਕੀਮਤੀ ਹੈ। ਵੀ ਇਹਨੂੰ ਸਫਲ ਕਰ ਲੈ। ਕਿਉਂਕਿ ਭੁਲੇਖਾ ਹੀ ਰਹਿੰਦਾ ਨਾ ਕਿ ਮੈਂ ਇੰਨੀ ਬੰਦਗੀ ਕੀਤੀ ਕਿ ਕਿਤੇ ਇਹ ਤਨ ਸਫਲ ਹੋ ਜਾਏਗਾ। ਔਰ ਸਤਿਗੁਰੂ ਜੀ ਕਹਿੰਦੇ ਨੇ ਜੇ ਅੰਦਰ ਹੋਮੇ ਵੀ ਟਿਕੀ ਹੈ ਨਾ, ਅਤੇ ਫਿਰ ਭੁਲੇਖਾ ਹੀ ਰਹਿਣਾ ਹੈ। ਕਿਉਂਕਿ ਜਦੋਂ ਤੱਕ ਹੋਮੇ ਉਦੋਂ ਤੱਕ ਨਾਮ ਅੰਦਰ ਨਹੀਂ ਟਿਕਣਾ। ਸਰੀਰ ਕਰਕੇ ਜਿਵੇਂ ਮਰਜ਼ੀ ਬੈਠਾ ਰਹੋ। ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਤਨ ਸਫਲੋ ਕਰ ਲੀਜੈ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ, ਬਾਬਾ ਕਬੀਰ ਜੀ ਨੇ ਬੜੀਆਂ ਥਾਵਾਂ 'ਤੇ ਪਾਵਨ ਬਚਨ ਕਹੇ ਨੇ, ਮਨੁੱਖਾਂ ਦੇ ਹੀ ਬੜੀ ਦੁਰਲੱਭ ਹੈ, ਬੜੀ ਕੀਮਤੀ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇਹੁਰੀਆ। ਅਤੇ ਕਾਹਦੇ ਲਈ ਭਾਈ ਜੀ, ਕਾਹਦੇ ਲਈ ਮਿਲੀ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਸਤਿਗੁਰੂ ਕਹਿੰਦੇ ਨੇ ਪੀਰ ਜੀ ਬੜੀ ਦੁਰਲੱਭ ਜੇ, ਇਹਨੂੰ ਸਫਲ ਕਰ ਲਓ। ਤੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ ਇੰਨੀ ਦੁਰਲੱਭ ਹੈ ਕਿ ਇੱਕ ਵਾਰੀ ਮਿਲਦੀ ਦੁਬਾਰੇ ਮਿਲਦੀ ਵੀ ਨਹੀਂ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮਾਨਸ ਜਨਮ ਦੁਰਲੱਭ ਗੁਰਮੁਖ ਪਾਇਆ, ਕਿਸੇ ਗੁਰਮੁਖ ਨੇ ਵੱਡਾ ਭਾਗਾਂ ਵਾਲੇ ਨੇ ਪ੍ਰਾਪਤ ਕੀਤਾ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ, ਵਾਰ ਵਾਰ ਥੋੜ੍ਹੀ ਮਿਲਦਾ ਹੈ। ਇਹ ਤਾਂ ਕਹਿੰਦੇ ਇਵੇਂ ਹੈ ਕਿ ਜੋ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨ ਲਾਗੈ ਡਾਰ, ਕਿ ਪੱਕਾ ਹੋਇਆ ਫਲ ਰੁੱਖ ਦੇ ਨਾਲੋਂ ਟੁੱਟ ਕੇ ਪੁੰਜੇ ਡਿੱਗ ਜੇ, ਜ਼ਮੀਨ 'ਤੇ ਡਿੱਗ ਜੇ, ਤੇ ਕੋਈ ਤਾਕਤ ਉਹਨੂੰ ਦੁਬਾਰੇ ਰੁੱਖ ਨਾਲ ਲਾ ਨਹੀਂ ਸਕਦੀ। ਤੇ ਬਾਬਾ ਕਬੀਰ ਜੀ ਕਹਿੰਦੇ ਮਨੁੱਖਾਂ ਦੇਹੀ ਬਿਲਕੁਲ ਇਸੇ ਤਰ੍ਹਾਂ ਦੀ ਹੈ, ਇੱਕ ਵਾਰੀ ਮਿਲੀ ਹੈ ਇਹ ਦੁਬਾਰੇ ਪਰਤ ਕੇ ਮਿਲਦੀ ਨਹੀਂ। ਇਤਿਆਦਿਕ ਗੁਰ ਕਹਿਬੋ ਮਾਨਿਓ, ਪਦ ਪੰਕਜ ਪ੍ਰਣਾਮ ਸੁਠਾਨਿਓ। ਇਤਿਆਦਿਕ ਸਤਿਗੁਰੂ ਜੀ ਨੇ ਗੁਰਮਤਿ ਦੀ ਸਿੱਖਿਆ ਦਿੱਤੀ ਔਰ ਬੜੇ ਕੰਧਾਰੇ ਨੇ ਸਤਿਗੁਰੂ ਜੀ ਦੇ ਸਾਰੇ ਬਚਨ ਜਿਹੜੇ ਨੇ ਮੰਨੇ, ਔਰ ਬਚਨ ਮੰਨ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਫਿਰ ਨਮਸਕਾਰ ਕੀਤੀ ਕਿ ਅੱਜ ਤੋਂ ਤੁਸੀਂ ਮੇਰੇ ਪੀਰ, ਤੁਸੀਂ ਮੇਰੇ ਗੁਰੂ। ਆਪਣੇ ਪੀਰ ਕਰੇ ਧਰ ਪ੍ਰੇਮਾ, ਪ੍ਰਾਪਤ ਭਏ ਅਧਿਕ ਤਿਸ ਛੇਮਾ। ਛੇਮਾ ਦਾ ਅਰਥ ਹੁੰਦਾ ਮੁਕਤੀ। ਕਹਿੰਦੇ ਇਸ ਵੜੇ ਕੰਧਾਰੇ ਨੂੰ ਮੁਕਤੀ ਮਿਲ ਗਈ। ਹੁਣ ਮੁਕਤੀ ਦਾ ਅਰਥ ਥੋੜ੍ਹੀ ਕੋਈ ਮਰ ਗਿਆ, ਕਿਉਂਕਿ ਸਾਡੇ ਮਨਾਂ ਦੇ ਵਿੱਚ ਇਹ ਬਿਠਾਇਆ ਗਿਆ ਹੈ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਮਿਲਦੀ ਹੈ। ਹੁਣ ਬੰਧਨ ਤੈਨੂੰ ਪਿਆ ਸੀ, ਈਰਖਾ ਦਾ ਬੰਧਨ ਪਿਆ ਸੀ ਹਉਮੈ ਦਾ, ਕਿ ਜਦੋਂ ਇਹਨੇ ਪੂਰੇ ਆਪਣੇ ਪੀਰ ਕਰੇ ਧਰ ਪ੍ਰੇਮਾ, ਪ੍ਰੇਮ ਦੇ ਨਾਲ ਪਿਆਰ ਦੇ ਨਾਲ ਆਪਣਾ ਪੀਰ ਗੁਰੂ ਨਾਨਕ ਸਾਹਿਬ ਜੀ ਨੂੰ ਮੰਨ ਲਿਆ, ਅੰਦਰੋਂ ਜਿਹੜੀ ਈਰਖਾ ਦੀ ਅੱਗ ਸੀ, ਜਿਹੜੀ ਅੰਦਰ ਹਉਮੈ ਸੀ, ਉਹਨਾਂ ਤੋਂ ਮੁਕਤੀ ਮਿਲ ਗਈ, ਮੁਕਤ ਹੋ ਗਿਆ। ਰਹਿਓ ਪੀਰ ਤਿਸ ਥਾਨ ਹੀ, ਗੁਰੂ ਕੀਨ ਪ੍ਰਸਥਾਨ। ਕਹਿੰਦੇ ਇਹ ਪੀਰ ਵਲੇ ਕੰਧਾਰੇ ਜਿਉਂਦਿਆਂ ਜੀ ਮੁਕਤ ਹੋ ਕੇ ਆਪਣੇ ਥਾਂ 'ਤੇ ਉੱਥੇ ਰਿਹਾ। ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ, ਅੱਗੇ ਚੱਲੇ ਪਏ। ਹੈ ਆਪ ਲਗ ਸੋ ਜਗਤ ਮਹਿ, ਜਨ ਪ੍ਰਵਾਹੇ ਤਿਸ ਥਾਨ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸਥਾਨ, ਜਿਹਨੂੰ ਅੱਜ ਸਿੱਖ ਜਗਤ ਸਤਿਕਾਰ ਦੇ ਨਾਲ ਤੇ ਭਾਵਨਾ ਦੇ ਨਾਲ ਪੰਜਾ ਸਾਹਿਬ ਕਹਿ ਕੇ ਪੁਕਾਰਦਾ ਹੈ। ਇਹ ਉਹ ਸਥਾਨ ਹੈ ਕਿ ਜਿੱਥੇ ਕਵੀ ਰਾਜ ਕਹਿੰਦੇ ਨੇ ਜਗਤ ਵਿੱਚ ਅੱਜ ਤੱਕ ਉਹ ਚੱਲਦਾ ਪ੍ਰਵਾਹ ਉਸੇ ਤਰ੍ਹਾਂ ਚੱਲ ਰਿਹਾ ਹੈ, ਨਿਰਮਲ ਜਲ ਉੱਥੋਂ ਨਿਕਲ ਰਿਹਾ ਹੈ। ਜਹ ਕਾਬਲ ਕੋ ਨਗਰ ਸੁਹਾਵਾ, ਤਿਸ ਮੈਂ ਪ੍ਰਸਵੇ ਦੁੱਖ ਬਣ ਦਾਵਾ। ਵਲੇ ਕੰਧਾਰੀ ਆਪਣੇ ਸਥਾਨ 'ਤੇ ਚਲਾ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਕਾਬਲ ਨਗਰ ਦੇ ਵਿੱਚ ਗਏ ਨੇ, ਕਾਬਲ ਗਏ ਨੇ। ਕਾਬਲ ਜਾ ਕੇ ਸਤਿਗੁਰੂ ਨੇ ਜੋ ਕਿਰਪਾ ਕੀਤੀ ਉਹ ਆਪਾਂ ਕੱਲ੍ਹ ਵਿਚਾਰਾਂਗੇ, ਹੋਈਆਂ ਭੁੱਲਾਂ ਦੀ ਕਿਰਪਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।